प्यारे विद्यार्थियों, मैं सोनिया शर्मा साइंस मिस्टर्स गवर्नमेंट सीनियर सैकेंडरी स्कूल बल कला तो ਅੱਜ मैं ਤੁਹਾਡੇ ਨਾਲ एक बहुत ही इंटरेस्टिंग टॉपिक डिस्कस ਕਰਨ ਜਾ ਰਹੀ ਹਾਂ ਕਿ ਰੇਸ਼ਿਆਂ ਤੋਂ ਕੱਪੜਿਆਂ ਤੱਕ ਦਾ ਸਫ਼ਰ। ਰੇਸ਼ਿਆਂ ਤੋਂ ਕੱਪੜੇ ਕਿਵੇਂ ਬਣਦੇ ਹਨ, ਆਓ ਅਸੀਂ ਇਸ ਪਾਰਟ ਬਾਰੇ ਜਾਣਕਾਰੀ ਲੈਂਦੇ ਹਾਂ। ਅਸੀਂ ਆਪਣੇ ਆਲੇ ਦੁਆਲੇ ਕਈ ਤਰ੍ਹਾਂ ਦੇ ਕੱਪੜਿਆਂ ਦੀਆਂ ਕਿਸਮਾਂ ਦੇਖਦੇ ਹਾਂ। ਕੁਝ ਚਮਕੀਲੇ ਹੁੰਦੇ ਹਨ, ਕੁਝ ਮੋਟੇ ਹੁੰਦੇ ਹਨ, ਕੁਝ ਪਤਲੇ ਹੁੰਦੇ ਹਨ, ਕਈਆਂ ਤੋਂ ਪਰਦੇ ਬਣਦੇ ਹਨ, ਕਈਆਂ ਤੋਂ ਚਾਦਰਾਂ ਬਣਦੀਆਂ ਹਨ, ਕਿਸੇ ਤੋਂ ਬੈਗ ਬਣਦੇ ਹਨ। ਸੋ ਸਾਡੇ ਆਲੇ ਦੁਆਲੇ ਕਈ ਤਰ੍ਹਾਂ ਦੇ ਕੱਪੜੇ ਪਾਏ ਜਾਂਦੇ ਹਨ। ਪਰ ਹੁਣ ਸਾਡੇ ਦਿਮਾਗ ਵਿੱਚ ਇੱਕ ਗੱਲ ਆਉਂਦੀ ਹੈ ਕਿ ਇਹ ਕੱਪੜਾ ਕਿਵੇਂ ਬਣਦਾ ਹੈ, ਇਹ ਕੱਪੜਾ ਕਿੱਦਾਂ ਬਣਦਾ ਹੈ, ਕਿੱਥੋਂ ਇਹ ਕੱਪੜਾ ਪ੍ਰਾਪਤ ਕੀਤਾ ਜਾਂਦਾ। ਕੱਪੜਾ ਜੋ ਹੈ, ਜੇ ਅਸੀਂ ਕਿਸੇ ਵੀ ਕੱਪੜੇ ਨੂੰ ਲੈ ਕੇ ਸਾਈਡ ਤੋਂ ਕੈਂਚੀ ਨਾਲ ਕੱਟ ਕੇ ਦੇਖਦੇ ਹਾਂ ਤਾਂ ਤੁਸੀਂ ਦੇਖੋਗੇ ਕਿ ਉਸ ਵਿੱਚੋਂ ਤੁਹਾਨੂੰ ਬਹੁਤ ਹੀ ਬਰੀਕ-ਬਰੀਕ ਧਾਗੇ ਨਜ਼ਰ ਆਉਣਗੇ। ਇਸ ਦਾ ਮਤਲਬ ਇਹ ਕੱਪੜਾ ਧਾਗਿਆਂ ਤੋਂ ਮਿਲ ਕੇ ਬਣਦਾ ਹੈ। ਪਰ ਇਹ ਧਾਗਾ ਕਿੱਥੋਂ ਬਣਦਾ ਹੈ? ਧਾਗਾ ਰੇਸ਼ਿਆਂ ਤੋਂ ਪ੍ਰਾਪਤ ਹੁੰਦਾ ਹੈ। ਠੀਕ ਹੈ ਜੀ। ਸੋ ਇਹ ਰੇਸ਼ਾ ਹੀ ਹੈ ਜੋ ਕੱਪੜਾ ਬਣਾਉਂਦਾ ਹੈ। ਹੁਣ ਰੇਸ਼ੇ ਤੋਂ ਕੱਪੜੇ ਤੱਕ ਦਾ ਸਫ਼ਰ ਕਿੱਦਾਂ ਪੂਰਾ ਹੁੰਦਾ ਹੈ, ਆਓ ਅਸੀਂ ਦੇਖੀਏ। ਸਭ ਤੋਂ ਮੇਨ ਗੱਲ ਇਹ ਹੈ ਕਿ ਜਿਸ ਰੇਸ਼ੇ ਤੋਂ ਕੱਪੜੇ ਬਣਦੇ ਹਨ ਉਹ ਰੇਸ਼ਾ ਸਾਨੂੰ ਕਿੱਥੋਂ ਪ੍ਰਾਪਤ ਹੁੰਦਾ ਹੈ। ਰੇਸ਼ਾ ਪ੍ਰਾਪਤ ਕਰਨ ਦੇ ਸਾਡੇ ਕੋਲ ਦੋ ਢੰਗ ਹਨ, ਕੁਦਰਤੀ ਰੇਸ਼ੇ ਤੇ ਬਣਾਉਟੀ ਰੇਸ਼ੇ। ਕੁਦਰਤੀ ਰੇਸ਼ੇ ਉਹ ਹਨ ਜੋ ਸਾਨੂੰ ਕੁਦਰਤ ਤੋਂ ਪ੍ਰਾਪਤ ਹੁੰਦੇ ਹਨ, ਜਿਵੇਂ ਕਿ ਪੌਦਾ ਰੇਸ਼ੇ ਤੇ ਜੰਤੂ ਰੇਸ਼ੇ। ਪੌਦਾ ਰੇਸ਼ੇ ਉਹ ਰੇਸ਼ੇ ਹੁੰਦੇ ਹਨ ਜੋ ਅਸੀਂ ਪੌਦਿਆਂ ਤੋਂ ਪ੍ਰਾਪਤ ਕਰਦੇ ਹਾਂ, ਜਿਵੇਂ ਕਿ ਕਪਾਹ, ਜੂਟ, ਨਾਰੀਅਲ ਦੇ ਰੇਸ਼ੇ ਆਦਿ। ਅਤੇ ਜੰਤੂ ਰੇਸ਼ੇ ਉਹ ਹੁੰਦੇ ਹਨ ਜੋ ਅਸੀਂ ਜੰਤੂਆਂ ਤੋਂ ਪ੍ਰਾਪਤ ਕਰਦੇ ਹਾਂ, ਜਿਵੇਂ ਕਿ ਰੇਸ਼ਮ, ਉੱਨ ਆਦਿ। ਪੌਦਾ ਰੇਸ਼ੇ ਜਿਵੇਂ ਕਿ ਕਪਾਹ ਦੀ ਜੇ ਅਸੀਂ ਗੱਲ ਕਰਦੇ ਹਾਂ ਤਾਂ ਇਹ ਖੇਤਾਂ ਵਿੱਚ ਉਗਾਈ ਜਾਂਦੀ ਹੈ। ਇਹ ਇੱਕ ਖਰੀਫ ਦੀ ਫਸਲ ਹੈ ਜੋ ਕਿ ਪੌਦੇ ਦੇ ਉੱਪਰ ਇੱਕ ਛੋਟੇ ਟਿੰਡਿਆਂ ਦੀ ਸ਼ਕਲ ਦੇ ਵਿੱਚ ਲੱਗਦੀ ਹੈ। ਜੇਕਰ ਅਸੀਂ ਇਹਨਾਂ ਟਿੰਡਿਆਂ ਦੀ ਗੱਲ ਕਰਦੇ ਹਾਂ ਤਾਂ ਇਹ ਟਿੰਡੇ ਇੱਕ ਨਿੰਬੂ ਦੇ ਆਕਾਰ ਦੇ ਹੁੰਦੇ ਹਨ। ਹੱਥਾਂ ਦੇ ਨਾਲ ਇਹਨਾਂ ਟਿੰਡਿਆਂ ਨੂੰ ਚੁਗਿਆ ਜਾਂਦਾ ਹੈ ਅਤੇ ਬਾਅਦ ਵਿੱਚ ਇਹਨਾਂ ਟਿੰਡਿਆਂ ਤੋਂ ਅਸੀਂ ਇਹ ਕਪਾਹ ਪ੍ਰਾਪਤ ਕਰਦੇ ਹਾਂ। ਕਿੱਦਾਂ ਅਸੀਂ ਇਹਨਾਂ ਟਿੰਡਿਆਂ ਤੋਂ ਕਪਾਹ ਪੈਦਾ ਕਰਦੇ ਹਾਂ? ਸਭ ਤੋਂ ਪਹਿਲਾਂ ਤਾਂ ਹੱਥਾਂ ਨਾਲ ਇਹਨਾਂ ਟਿੰਡਿਆਂ ਨੂੰ ਚੁਗਿਆ ਜਾਂਦਾ ਹੈ ਤੇ ਹੁਣ ਬੀਜ ਤੋਂ ਇਸ ਰੇਸ਼ੇ ਨੂੰ ਕਪਾਹ ਵੇਲਣੇ ਦੇ ਨਾਲ ਵੱਖ-ਵੱਖ ਕੀਤਾ ਜਾਂਦਾ ਹੈ, ਜਿਸ ਨੂੰ ਕਪਾਹ ਵੇਲਣਾ ਵੀ ਕਹਿੰਦੇ ਹਨ। ਹੁਣ ਇਹ ਕਪਾਹ ਹੱਥਾਂ ਨਾਲ ਵੀ ਵੇਲੀ ਜਾਂਦੀ ਹੈ ਤੇ ਮਸ਼ੀਨਾਂ ਨਾਲ ਵੀ ਵੇਲੀ ਜਾਂਦੀ ਹੈ। ਇਸ ਤੋਂ ਬਾਅਦ ਇਸ ਰੇਸ਼ੇ ਤੋਂ ਧਾਗਾ ਬਣਾਇਆ ਜਾਂਦਾ ਹੈ। ਧਾਗਾ ਬਣਾਉਣ ਦੀ ਕਿਰਿਆ ਵੀ ਹੱਥਾਂ ਨਾਲ ਵੀ ਤੇ ਅੱਜ ਕੱਲ ਤਾਂ ਮਸ਼ੀਨਾਂ ਨਾਲ ਵੀ ਹੋਣ ਲੱਗ ਪਈ ਹੈ। ਸੋ ਇਹਨਾਂ ਕਪਾਹ ਦੇ ਬੂਟੇ ਤੋਂ ਅਸੀਂ ਕਪਾਹ ਦਾ ਧਾਗਾ ਬਣਾਉਂਦੇ ਹਾਂ, ਜਿਸ ਤੋਂ ਅਸੀਂ ਕੱਪੜਾ ਬਣਾਉਂਦੇ ਹਾਂ। ਦੂਸਰੀ ਪੌਦਾ ਰੇਸ਼ਾ ਸਾਡੇ ਕੋਲ ਹੈ ਜੂਟ। ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਜੂਟ ਇੱਕ ਖੁਰਦਰਾ ਧਾਗਾ ਬਣਦਾ ਹੈ ਇਸ ਤੋਂ, ਔਰ ਇਹ ਵੀ ਸਾਨੂੰ ਪੌਦਿਆਂ ਤੋਂ ਹੀ ਪ੍ਰਾਪਤ ਹੁੰਦਾ ਹੈ। ਇਹ ਵੀ ਇੱਕ ਪੌਦਾ ਰੇਸ਼ਾ ਹੈ ਜੋ ਕਿ ਲੰਬਾ ਹੈ ਅਤੇ ਚਮਕਦਾਰ ਰੇਸ਼ਾ ਹੈ। ਇਹ ਬਾਕੀ ਕੁਦਰਤੀ ਰੇਸ਼ਿਆਂ ਦੇ ਮੁਕਾਬਲੇ ਵਿੱਚ ਇੱਕ ਸਸਤਾ ਰੇਸ਼ਾ ਹੈ। ਇਸ ਵਿੱਚ ਅਸੀਂ ਕੀ ਕਰਦੇ ਹਾਂ ਕਿ ਅਸੀਂ ਇਸ ਰੇਸ਼ੇ ਦੇ ਨੂੰ ਉਤਾਰ ਕੇ ਕੱਟਣ ਤੋਂ ਬਾਅਦ ਇਸ ਨੂੰ 15 ਦਿਨਾਂ ਲਈ ਪਾਣੀ ਵਿੱਚ ਡੁਬੋ ਕੇ ਰੱਖਿਆ ਜਾਂਦਾ ਹੈ ਅਤੇ ਫਿਰ ਜਦੋਂ ਇਹ ਰੇਸ਼ੇ ਢਿੱਲੇ ਪੈ ਜਾਂਦੇ ਹਨ ਤਾਂ ਇਸ ਨੂੰ ਪੌਦੇ ਤੋਂ ਵੱਖ ਕਰਕੇ ਅਸੀਂ ਇਸ ਤੋਂ ਲੰਬੇ ਇਹ ਧਾਗੇ ਬਣਾਉਂਦੇ ਹਾਂ। ਇਹ ਤਰੀਕੇ ਦੇ ਨਾਲ ਅਸੀਂ ਜੂਟ ਤੋਂ ਵੀ ਧਾਗਾ ਪ੍ਰਾਪਤ ਕਰ ਸਕਦੇ ਹਾਂ। ਇਸ ਤੋਂ ਬਾਅਦ ਆਉਂਦਾ ਹੈ ਨਾਰੀਅਲ ਰੇਸ਼ਾ। ਜਿਵੇਂ ਕਿ ਤੁਸੀਂ ਸਾਰਿਆਂ ਨੇ ਦੇਖਿਆ ਹੈ ਕਿ ਨਾਰੀਅਲ ਰੇਸ਼ਾ, ਨਾਰੀਅਲ ਦੇ ਉੱਪਰਲੇ ਵਾਲ ਹੁੰਦੇ ਹਨ, ਇਹ ਵੀ ਸਾਨੂੰ ਪੌਦਿਆਂ ਤੋਂ ਹੀ ਪ੍ਰਾਪਤ ਹੁੰਦਾ ਹੈ। ਇਹ ਇੱਕ ਸਖਤ ਰੇਸ਼ਾ ਹੁੰਦਾ ਹੈ ਅਤੇ ਇਸ ਨੂੰ ਅਸੀਂ ਘਰਾਂ ਵਿੱਚ ਪੁਰਾਣੇ ਜ਼ਮਾਨੇ ਵਿੱਚ ਸੋਫੇ ਬਣਾਉਣ ਦੇ ਵਿੱਚ ਵੀ ਇਸ ਨੂੰ ਵਰਤਿਆ ਜਾਂਦਾ ਸੀ। ਇਸ ਤੋਂ ਇਲਾਵਾ ਨਾਰੀਅਲ ਰੇਸ਼ਾ ਜਿਹੜਾ ਹੈ, ਇਸ ਤੋਂ ਕਈ ਤਰ੍ਹਾਂ ਦੀਆਂ ਰੱਸੀਆਂ ਵੀ ਬਣਾਈਆਂ ਜਾਂਦੀਆਂ ਹਨ। ਇਹਨਾਂ ਤਿੰਨਾਂ ਤੋਂ ਹੀ ਰੇਸ਼ਾ ਬਣਾਇਆ ਜਾਂਦਾ ਹੈ ਅਤੇ ਫਿਰ ਇਸ ਤੋਂ ਬਾਅਦ ਅਸੀਂ ਇਸ ਤੋਂ ਧਾਗਾ ਤਿਆਰ ਕਰਦੇ ਹਾਂ। ਹੁਣ ਜੇਕਰ ਅਸੀਂ ਗੱਲ ਕਰੀਏ ਤੇ ਜਾਨਵਰਾਂ ਤੋਂ ਪ੍ਰਾਪਤ ਹੋਣ ਵਾਲੇ ਰੇਸ਼ੇ, ਜਾਨਵਰਾਂ ਤੋਂ ਪ੍ਰਾਪਤ ਹੋਣ ਵਾਲੇ ਰੇਸ਼ਿਆਂ ਦੇ ਵਿੱਚ ਸਭ ਤੋਂ ਪਹਿਲਾਂ ਉੱਨ ਆਉਂਦੀ ਹੈ। ਤੁਹਾਨੂੰ ਪਤਾ ਹੈ ਕਿ ਉੱਨ ਜ਼ਿਆਦਾਤਰ ਅਸੀਂ ਭੇਡਾਂ ਤੋਂ ਲੈਂਦੇ ਹਾਂ, ਪਰ ਕਈ ਕਿਸਮ ਦੀ ਉੱਨ ਊਂਟ, ਯੌਕ,
ਖਰਗੋਸ਼ ਆਦि ਤੋਂ ਵੀ ਪ੍ਰਾਪਤ ਕੀਤੀ ਜਾਂਦੀ ਹੈ, ਜਿਵੇਂ ਅੰਗੂਰਾ ਵੂਲ। ਅੰਗੂਰਾ ਵੂਲ ਜਿਹੜੀ ਹੈ ਇਹ ਉਨ ਖਰਗੋਸ਼ ਤੋਂ ਪ੍ਰਾਪਤ ਕੀਤੀ ਜਾਂਦੀ ਹੈ। ਇਸ ਤਰੀਕੇ ਦੇ ਨਾਲ ਅਸੀਂ ਜਾਨਵਰਾਂ ਤੋਂ ਪ੍ਰਾਪਤ ਅਤੇ ਇਸ ਉਨ ਤੋਂ ਵੀ ਧਾਗੇ ਬਣਾਏ ਜਾਂਦੇ ਹਨ, ਜਿਸ ਨੂੰ ਕੱਪੜਾ ਬਣਾਉਣ ਦੇ ਵਿੱਚ ਵਰਤਿਆ ਜਾਂਦਾ ਹੈ। ਇਸ ਤੋਂ ਇਲਾਵਾ ਇੱਕ ਹੋਰ ਜੰਤੂ ਰੇਸ਼ਾ ਹੈ ਰੇਸ਼ਮ। ਰੇਸ਼ਮ ਜਿਵੇਂ ਕਿ ਤੁਹਾਨੂੰ ਪਤਾ ਹੈ ਰੇਸ਼ਮ ਦੇ ਕੀੜੇ ਤੋਂ ਬਣਦਾ ਹੈ। ਰੇਸ਼ਮ ਦਾ ਕੀੜਾ ਸ਼ਹਿਤੂਤ ਦੇ ਪੌਦਿਆਂ ਦੇ ਉੱਤੇ ਇਹ ਬੈਠਦਾ ਹੈ, ਉਹੀ ਸ਼ਹਿਤੂਤ ਦੇ ਪੱਤਿਆਂ ਨੂੰ ਖਾਂਦਾ ਹੈ ਅਤੇ ਉਹ ਆਪਣੇ ਆਲੇ ਦੁਆਲੇ ਇੱਕ ਕੋਕੂਨ ਬਣਾ ਲੈਂਦਾ ਹੈ ਔਰ ਇਸ ਕੋਕੂਨ ਤੋਂ ਹੀ ਅਸੀਂ ਧਾਗਾ ਤਿਆਰ ਕਰਦੇ ਹਾਂ। ਰੇਸ਼ਮ ਦੇ ਕੀੜੇ ਨੂੰ ਪਾਣੀ ਵਿੱਚ ਉਬਾਲਿਆ ਜਾਂਦਾ ਹੈ ਅਤੇ ਉਸ ਤੋਂ ਬਾਅਦ ਉਬਾਲਣ ਤੋਂ ਬਾਅਦ ਇਸ ਨੂੰ ਮੁਲਾਇਮ ਕਰਕੇ ਉਸ ਤੋਂ ਬਾਅਦ ਸੁਕਾ ਕੇ ਇਸ ਦਾ ਧਾਗਾ ਤਿਆਰ ਕੀਤਾ ਜਾਂਦਾ ਹੈ ਅਤੇ ਇਸ ਤਰੀਕੇ ਦੇ ਨਾਲ ਅਸੀਂ ਰੇਸ਼ਮ ਪ੍ਰਾਪਤ ਕਰਦੇ ਹਾਂ। ਗੱਲ ਕਰੀਏ ਸੰਸ਼ਲਿਸ਼ਟ ਰੇਸ਼ੇ। ਸੰਸ਼ਲਿਸ਼ਟ ਰੇਸ਼ੇ ਉਹ ਹੁੰਦੇ ਹਨ ਜੋ ਅਸੀਂ ਕੁਦਰਤ ਤੋਂ ਪ੍ਰਾਪਤ ਨਹੀਂ ਕਰਦੇ। ਇਹ ਉਹ ਰੇਸ਼ੇ ਹਨ ਜੋ ਮਨੁੱਖਾਂ ਦੁਆਰਾ ਬਨਾਵਟੀ ਢੰਗ ਨਾਲ ਰਸਾਇਣਿਕ ਪਦਾਰਥਾਂ ਦੀ ਮਦਦ ਨਾਲ ਤਿਆਰ ਕੀਤੇ ਜਾਂਦੇ ਹਨ, ਕਿ ਨਾਇਲਨ, ਪੋਲੀਸਟਰ, ਐਕ੍ਰੀਲਿਕ, ਇਹ ਸਭ ਰਸਾਇਣਿਕ ਪਦਾਰਥਾਂ ਦੀ ਮਦਦ ਦੇ ਨਾਲ ਹੀ ਤਿਆਰ ਕੀਤੇ ਜਾਂਦੇ ਹਨ। ਇਹ ਸੰਸ਼ਲਿਸ਼ਟ ਰੇਸ਼ੇ ਮਜ਼ਬੂਤ ਹੁੰਦੇ ਹਨ, ਪਾਣੀ ਨੂੰ ਸੋਖਦੇ ਹਨ ਅਤੇ ਇਸ ਤਰੀਕੇ ਦੇ ਨਾਲ ਇਹ ਸਾਰੇ ਸੰਸ਼ਲਿਸ਼ਟ ਰੇਸ਼ੇ ਜਿਵੇਂ ਕਿ ਨਾਇਲਨ, ਪੋਲੀਸਟਰ, ਐਕ੍ਰੀਲਿਕ, ਇਹਨਾਂ ਨੂੰ ਮਸ਼ੀਨਾਂ ਰਾਹੀਂ ਤਿਆਰ ਕੀਤਾ ਜਾਂਦਾ ਹੈ ਔਰ ਇਹ ਸਾਡੇ ਗੱਡੀਆਂ ਦੇ ਸੀਟ ਕਵਰ ਬਣਾਉਣ ਦੇ ਵਿੱਚ ਅਤੇ ਕਈ ਤਰ੍ਹਾਂ ਦੇ ਬੈਗ ਵਗੈਰਾ ਬਣਾਉਣ ਦੇ ਵਿੱਚ, ਰੇਨਕੋਟ ਵਗੈਰਾ ਬਣਾਉਣ ਦੇ ਵਿੱਚ, ਇਹ ਕਈ ਚੀਜ਼ਾਂ ਦੇ ਵਿੱਚ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਪਿਆਰੇ ਬੱਚਿਓ, ਹੁਣ ਤੁਸੀਂ ਇੱਕ ਵਾਰ ਧਿਆਨ ਨਾਲ ਦੇਖੋ ਕਿ ਜਿਹੜੇ ਇਹ ਰੇਸ਼ੇ ਹੈ ਇਹ ਕਿੰਨੇ ਪ੍ਰਕਾਰ ਦੇ ਹੁੰਦੇ ਹਨ। ਪਹਿਲਾਂ ਅਸੀਂ ਕਿਹਾ ਪੌਦਿਆਂ ਤੋਂ ਪ੍ਰਾਪਤ ਹੋਣ ਵਾਲੇ ਪੌਦੇ ਰੇਸ਼ੇ, ਜਿਹੜੇ ਕਿ ਰੂੰ, ਜੂਟ, ਨਾਰੀਅਲ ਰੇਸ਼ੇ ਆਦਿ। ਇਸ ਤੋਂ ਬਾਅਦ ਆਉਂਦੇ ਹਨ ਜਾਨਵਰਾਂ ਤੋਂ ਪ੍ਰਾਪਤ ਹੋਣ ਵਾਲੇ ਰੇਸ਼ੇ, ਜਿਵੇਂ ਕਿ ਸਾਡੇ ਕੋਲ ਉਨ ਅਤੇ ਰੇਸ਼ਮ। ਇਸ ਤੋਂ ਬਾਅਦ ਬਨਾਵਟੀ ਰੇਸ਼ੇ, ਜਿਵੇਂ ਕਿ ਪੋਲੀਸਟਰ, ਨਾਇਲਨ, ਐਕ੍ਰੀਲਿਕ ਆਦि। ਹੁਣ ਤੱਕ ਅਸੀਂ ਦੇਖ ਲਿਆ ਕਿ ਅਸੀਂ ਰੇਸ਼ੇ ਕਿੱਥੋਂ ਪ੍ਰਾਪਤ ਕੀਤੇ, ਪਰ ਹੁਣ ਰੇਸ਼ੇ ਤੋਂ ਧਾਗਾ ਕਿਵੇਂ ਬਣਦਾ ਹੈ। ਰੇਸ਼ੇ ਤੋਂ ਧਾਗਾ ਬਣਾਉਣ ਦੀ ਕਿਰਿਆ ਨੂੰ ਕਤਾਈ ਆਖਦੇ ਹਨ। ਜਦੋਂ ਰੇਸ਼ਾ ਬਣਾ ਲਿਆ ਜਾਂਦਾ ਹੈ ਤਾਂ ਉਸ ਤੋਂ ਬਾਅਦ ਉਸ ਦੀ ਕਤਾਈ ਕੀਤੀ ਜਾਂਦੀ ਹੈ। ਹੁਣ ਕੱਤਣ ਦਾ ਤਰੀਕਾ ਹੱਥ ਨਾਲ ਵੀ ਇਸ ਨੂੰ ਕੱਤਿਆ ਜਾਂਦਾ ਹੈ ਅਤੇ ਮਸ਼ੀਨਾਂ ਨਾਲ ਵੀ ਇਸ ਨੂੰ ਕੱਤਿਆ ਜਾਂਦਾ ਹੈ। ਜੇਕਰ ਤੁਸੀਂ ਇੱਥੇ ਦੇਖੋਗੇ ਤਾਂ ਤੁਹਾਨੂੰ ਕਤਾਈ ਦੇ ਤਰੀਕੇ ਨਜ਼ਰ ਆਉਣਗੇ, ਜਿਵੇਂ ਕਿ ਪਹਿਲੀ ਫੋਟੋ ਦੇ ਵਿੱਚ ਤਕਲੀ, ਜੋ ਪੁਰਾਣੇ ਜ਼ਮਾਨੇ ਵਿੱਚ ਵਰਤੀ ਜਾਂਦੀ ਸੀ, ਇਸ ਨੂੰ ਤਕਲੀ ਕਹਿੰਦੇ ਹੈ। ਇਸ ਵਿੱਚ ਰੇਸ਼ੇ ਨੂੰ ਗੋਲ ਗੋਲ ਲਪੇਟ ਕੇ ਇਸ ਤੋਂ ਧਾਗੇ ਬਣਾਏ ਜਾਂਦੇ ਹਨ। ਇਸ ਤੋਂ ਬਾਅਦ ਚਰਖੇ ਦੇ ਨਾਲ ਵੀ ਕਤਾਈ ਕੀਤੀ ਜਾਂਦੀ ਹੈ, ਇਸ ਤੇ ਵੀ ਧਾਗਾ ਬਣਾਇਆ ਜਾਂਦਾ ਹੈ। ਪਰ ਅੱਜ ਕੱਲ ਮਸ਼ੀਨੀ ਯੁੱਗ ਆਉਣ ਕਰਕੇ ਸਾਰੇ ਕੰਮ ਮਸ਼ੀਨਾਂ ਨਾਲ ਹੋਣ ਲੱਗ ਪਏ ਹੈ, ਇਸ ਕਰਕੇ ਕਤਾਈ ਜਿਹੜੀ ਹੈ ਤਾਂ ਉਹ ਮਸ਼ੀਨਾਂ ਨਾਲ ਹੀ ਹੁੰਦੀ ਹੈ। ਸੋ ਇਹ ਤਿੰਨ ਤਰੀਕੇ ਹਨ ਕਤਾਈ ਦੇ, ਕਿ ਅਸੀਂ ਰੇਸ਼ੇ ਤੋਂ ਧਾਗਾ ਕਿੱਦਾਂ ਬਣਾਉਂਦੇ ਹਾਂ, ਕਤਾਈ ਕਰਕੇ। ਇਸ ਤੋਂ ਬਾਅਦ ਇਸ ਧਾਗੇ ਤੋਂ ਕੱਪੜਾ ਕਿਵੇਂ ਬਣਦਾ ਹੈ। ਧਾਗੇ ਤੋਂ ਕੱਪੜਾ ਬਣਾਉਣ ਦੇ ਦੋ ਤਰੀਕੇ ਹੁੰਦੇ ਹਨ, ਇੱਕ ਬੁਨਾਈ ਅਤੇ ਇੱਕ ਉਨਾਈ। ਜਦੋਂ ਤੱਕ ਪਹਿਲਾਂ ਅਸੀਂ ਰੇਸ਼ਾ ਲਿਆ, ਰੇਸ਼ੇ ਤੋਂ ਅਸੀਂ ਧਾਗਾ ਬਣਾਇਆ, ਧਾਗੇ ਤੋਂ ਅਸੀਂ ਕੱਪੜਾ ਬਣਾਉਣਾ ਹੈ। ਹੁਣ ਧਾਗੇ ਤੋਂ ਕੱਪੜਾ ਬਣਾਉਣ ਦੇ ਲਈ ਅਸੀਂ ਦੋ ਤਰੀਕੇ ਵਰਤਦੇ ਪਏ ਹਾਂ, ਜਿਸ ਨੂੰ ਅਸੀਂ ਕਹਿੰਦੇ ਹਾਂ ਬੁਨਾਈ ਅਤੇ ਉਨਾਈ। ਜੇਕਰ ਅਸੀਂ ਬੁਨਾਈ ਦੀ ਗੱਲ ਕਰਦੇ ਹਾਂ ਤਾਂ ਬੁਨਾਈ ਦੇ ਵਿੱਚ ਦੋ ਧਾਗੇ ਆਪਸ ਵਿੱਚ ਜੁੜ ਕੇ ਕੱਪੜਾ ਬੁਣਦੇ ਹਨ। ਇਸੇ ਤਰ੍ਹਾਂ ਧਾਗੇ ਤੋਂ ਕੱਪੜਾ ਬਣਾਉਣ ਦੇ ਲਈ ਬੁਨਾਈ ਦੀ ਵਰਤੋਂ ਕੀਤੀ ਜਾਂਦੀ ਹੈ। ਦੇਖੋਗੇ ਕਿ ਇਹ ਬੁਨਾਈ ਵੀ ਹੱਥ ਦੀਆਂ ਖੱਡੀਆਂ ਨਾਲ ਵੀ ਕੀਤੀ ਜਾਂਦੀ ਹੈ ਅਤੇ ਮਸ਼ੀਨਾਂ ਨਾਲ ਵੀ ਕੀਤੀ ਜਾਂਦੀ ਹੈ। ਸੋ ਧਾਗੇ ਤੋਂ ਕੱਪੜਾ ਬਣਾਉਣ ਦੇ ਲਈ ਅਸੀਂ ਮਸ਼ੀਨਾਂ ਦੀ ਵਰਤੋਂ ਕਰਦੇ ਹਾਂ। ਇਸ ਤੋਂ ਬਾਅਦ ਦੂਜਾ ਤਰੀਕਾ ਜੋ ਕੱਪੜੇ ਨੂੰ ਬਣਾਉਣ ਦਾ ਹੈ ਉਹ ਹੈ ਉਨਾਈ। ਤੁਸੀਂ ਘਰਾਂ ਵਿੱਚ ਆਪਣੀ ਮੰਮੀ ਜਾਂ ਆਪਣੀ ਦਾਦੀਆਂ ਨੂੰ ਦੇਖਿਆ ਹੋਵੇਗਾ ਕਿ ਉਹ ਸਿਲਾਈਆਂ ਦੇ ਨਾਲ ਕੱਪੜੇ ਦੀ ਬੁਨਾਈ ਕਰਦੇ ਹਨ, ਸਵੈਟਰ ਬੁਣਦੇ ਹਨ। ਹੁਣ ਉਹਦੇ ਵਿੱਚ ਜੇਕਰ ਤੁਸੀਂ ਧਿਆਨ ਨਾਲ ਦੇਖੋਗੇ ਤੇ ਉਸ ਉਨਾਈ ਦੇ ਵਿੱਚ ਸਿਰਫ ਇੱਕੋ ਕਿਸਮ ਦਾ ਧਾਗਾ ਯੂਜ਼ ਹੁੰਦਾ ਹੈ। ਇੱਕੋ ਕਿਸਮ ਦੇ ਧਾਗੇ ਨੂੰ ਵਰਤ ਕੇ ਉਸ ਤੋਂ ਉਨਾਈ ਕੀਤੀ ਜਾਂਦੀ ਹੈ ਅਤੇ ਇਹ ਉਨਾਈ ਜਿਹੜੀ ਹੈ ਇਸ ਤੋਂ ਵੀ ਕੱਪੜਾ ਤਿਆਰ ਹੁੰਦਾ ਹੈ। ਇਸ ਤਰੀਕੇ ਦੇ ਨਾਲ
ਧਾਗੇ ਤੋਂ ਕੱਪੜਾ ਬਣਾਇਆ ਜਾਂਦਾ ਹੈ। ਹੁਣ ਇਹ ਸਾਡੇ ਕੋਲ ਹੁਣ ਤੱਕ ਦਾ ਜਿੰਨਾ ਅਸੀਂ ਪੜ ਚੁੱਕੇ ਹਾਂ ਉਸ ਦਾ ਸਾਰਾਂਸ਼ ਹੈ ਕਿ ਸਭ ਤੋਂ ਪਹਿਲਾਂ ਕਪਾਹ ਦੇ ਟਿੰਡਿਆਂ ਨੂੰ ਉਹ ਵੇਲ ਕੇ ਉਸ ਤੋਂ ਬਾਅਦ ਉਸ ਦਾ ਰੇਸ਼ਾ ਤਿਆਰ ਕੀਤਾ ਜਾਂਦਾ ਹੈ ਅਤੇ ਰੇਸ਼ੇ ਤੋਂ ਕਤਾਈ ਕਰਕੇ ਅਸੀਂ ਉਸ ਦਾ ਧਾਗਾ ਤਿਆਰ ਕਰਦੇ ਹਾਂ ਅਤੇ ਧਾਗੇ ਨੂੰ ਦੋ ਤਰੀਕਿਆਂ ਦੇ ਨਾਲ ਉਨਾਈ ਅਤੇ ਬੁਨਾਈ ਕਰਕੇ ਕੱਪੜਾ ਤਿਆਰ ਕੀਤਾ ਜਾਂਦਾ ਹੈ। ਹੁਣ ਤੱਕ ਅਸੀਂ ਇਹ ਸਾਰਾ ਸਫ਼ਰ ਹੁਣ ਅਸੀਂ ਫਿਰ ਆਪਣੇ ਇਹ ਪਾਠ ਦੇ ਨਾਮ ਤੇ ਆਨੇ ਹਾਂ ਕਿ ਰੇਸ਼ਿਆਂ ਤੋਂ ਕੱਪੜਿਆਂ ਤੱਕ ਦਾ ਸਫ਼ਰ। ਹੁਣ ਤੱਕ ਤੁਹਾਨੂੰ ਇਹ ਗੱਲ ਸਮਝ ਲੱਗ ਗਈ ਹੋਵੇਗੀ ਕਿ ਰੇਸ਼ਿਆਂ ਤੋਂ ਕੱਪੜਿਆਂ ਤੱਕ ਦਾ ਸਫ਼ਰ ਕਿੱਦਾਂ ਤੈਅ ਕੀਤਾ ਜਾਂਦਾ ਹੈ। ਸਭ ਤੋਂ ਪਹਿਲਾਂ ਰੇਸ਼ਾ ਹੁੰਦਾ ਹੈ, ਉਸ ਰੇਸ਼ੇ ਦੀ ਕਤਾਈ ਕਰਕੇ ਅਸੀਂ ਧਾਗਾ ਬਣਾਉਂਦੇ ਹਾਂ ਔਰ ਉਸ ਧਾਗੇ ਦੀ ਤੋਂ ਅਸੀਂ ਕੱਪੜਾ ਤਿਆਰ ਕਰਦੇ ਹਾਂ। ਸੋ ਇਹ ਸਾਡੇ ਕੋਲ ਮੇਨ ਹੈ ਕਿ ਅਸੀਂ ਕਿਸ ਤਰ੍ਹਾਂ ਦੇ ਨਾਲ ਕੱਪੜਾ ਤਿਆਰ ਕਰਦੇ ਹਾਂ। ਅੱਜ ਦਾ ਜਿਹੜਾ ਸਾਡਾ ਪਾਠ ਸੀ ਉਸ ਵਿੱਚ ਤੁਹਾਨੂੰ ਇਹੀ ਚੀਜ਼ ਅਸੀਂ ਸਮਝਾਉਣਾ ਚਾਹ ਰਹੇ ਹਾਂ। ਸੋ ਅੱਜ ਆਪਾਂ ਬਹੁਤ ਹੀ ਇੰਪੋਰਟੈਂਟ ਟੌਪਿਕ ਪੜਿਆ ਕਿ ਕਿੱਦਾਂ ਵੱਖਰੀ ਵੱਖਰੀ ਜਗ੍ਹਾ ਦੇ ਵੱਖਰੇ ਵੱਖਰੇ ਕਿਸਮਾਂ ਦੇ ਕੱਪੜਿਆਂ ਨੂੰ ਬਣਾਇਆ ਜਾਂਦਾ ਹੈ। ਹੁਣ ਤੁਸੀਂ ਆਪਣੇ ਆਲੇ ਦੁਆਲੇ ਦੇ ਕੱਪੜਿਆਂ ਨੂੰ ਦੇਖੋਗੇ ਔਰ ਉਹਨਾਂ ਦੇ ਪਤਾ ਕਰੋਗੇ ਕਿ ਉਹ ਕਿਹੜੇ ਰੇਸ਼ੇ ਤੋਂ ਬਣੇ ਹਨ। ਉਹ ਪੌਦੇ ਰੇਸ਼ੇ ਤੋਂ ਬਣੇ ਹਨ ਜਾਂ ਉਹ ਜੰਤੂ ਰੇਸ਼ੇ ਤੋਂ ਬਣੇ ਹਨ। ਉਹਨਾਂ ਨੂੰ ਹੱਥਾਂ ਨਾਲ ਬਣਾਇਆ ਜਾਂਦਾ ਹੈ ਜਾਂ ਉਹਨਾਂ ਨੂੰ ਮਸ਼ੀਨਾਂ ਨਾਲ ਤਿਆਰ ਕੀਤਾ ਜਾਂਦਾ ਹੈ। ਸੋ ਪਿਆਰੇ ਬੱਚਿਓ, ਮੈਨੂੰ ਉਮੀਦ ਹੈ ਕਿ ਤੁਹਾਨੂੰ ਇਸ ਪੂਰੇ ਟੌਪਿਕ ਦੀ ਅੱਛੀ ਤਰ੍ਹਾਂ ਸਮਝ ਲੱਗ ਗਈ ਹੋਵੇਗੀ। ਧੰਨਵਾਦ।